ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਅੱਜ ਗੌੜੀ ਮਹੱਲੇ ਪੰਜਵੇਂ ਦੇ ਚੌਥੇ ਸ਼ਬਦ ਦੀ ਵਾਰੀ ਹੈ ਜੀ। ਗੌੜੀ ਮਹੱਲਾ ਪੰਜਵਾਂ। ਪ੍ਰਥਮੇ ਗਰਭ ਵਾਸਤੇ ਟਰਿਆ, ਪੁੱਤਰ ਕਲੱਤਰ ਕੁਟੰਦ ਸੰਗ ਜਰਿਆ। ਭੋਜਨ ਅਨੇਕ ਪ੍ਰਕਾਰ ਬਹੁ ਕਪਰੇ, ਸਰ ਪਰ ਕਵਨ ਗਵਨ ਕਰਹੰ ਕੇ ਬਪਰੇ। ਕਵਨ ਅਸਥਾਨ ਜੋ ਕਬੂ ਨ ਟਰੇ, ਕਵਨ ਸ਼ਬਦ ਜਿਤ ਦੁਰਮਤ ਹਰੇ ਰਹਾਓ। ਇੰਦਰਪੁਰੀ में सर पर मरना, ब्रह्मपुरी निश्चल नहीं रहना। शिवपुरी का होएगा काला, त्रैगुण माया बिंस बताला। गिर तुर तरन गगन अर तारे, रव सस पवन पावक निरारे। दिनस रैन बरत अर बेदा, सासस सिमरत बिंसे बेदा। तीरथ देव देहरा पोथी, मौला तिलक सोच पाक होती। धोती डंडौत प्रसादन भोगा, गमन करोगे सगलो लोगा। जात वर्ण तुर्क अर हिंदू, पशु पंखी अनेक जोन जिंदू। सगल पसार दी से पसारा, बिंस जाए गो सगल अकारा। सहज सिवत भगत तत ज्ञाना, सदा नाद ने चल सच थाना। तहा संगत साध गुण रसे, अनपो नगर तहाँ सद बसे। तै पो परमा सोग न चिंता, आवन जावन मृत न होता। तै सदा नंद अनहद अखारे, भगत बसे कीर्तन आधारे। पाप ब्रह्म का अंत न पार, कौन करे ताका बेचार। कौन नानक जिस कृपा करे, नेचल थान साध संग तरे। पार ब्रह्म का अंत न पार, कौन करे ताका बेचार। कौन नानक जिस कृपा करे, नेचल थान ਸਾਧ ਸੰਗ ਤਰੇ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਇਸ ਸੰਸਾਰ ਵਿੱਚ ਜੋ ਵੀ ਜਨਮਿਆ ਹੈ ਉਹਨੇ ਮਰਨਾ ਹੈ ਅਤੇ ਜੋ ਵੀ ਹਾਲਾਤ ਹਨ ਉਹ ਹਮੇਸ਼ਾ ਸਥਿਰ ਵਾਲੇ ਨਹੀਂ ਹਨ, ਉਹ ਬਦਲਦੇ ਰਹਿੰਦੇ ਹਨ ਜੀ। ਅਤੇ ਜੋ ਬਦਲਣ ਵਾਲਾ ਨਹੀਂ ਹੈ ਜੀ, ਉਹ ਗੁਰਸ਼ਬਦ ਗੁਰਬਾਣੀ ਨਾਮ ਦਾ ਆਧਾਰ ਦੁਆਰਾ ਪਾਇਆ ਸੱਚ, ਪਾਰ ਬ੍ਰਹਮ ਪਰਮੇਸ਼ਰ ਦਾ ਸੱਚਾ ਸਥਾਨ, ਉਸ ਨਾਲ ਲਾ ਕੇ ਆਪਣੇ ਹਿਰਦੇ ਵਿੱਚ ਟਿਕਾ ਕੇ ਉਹ ਵਾਸਾ, ਉਹਦਾ ਸੰਗ ਕਦੀ ਨਹੀਂ ਮਰਦਾ ਜੀ, ਉਹ ਹਮੇਸ਼ਾ ਰਹਿੰਦਾ ਹੈ ਜੀ। ਗੁਰੂ ਜੀ ਕਹਿੰਦੇ ਹਨ ਕਿ ਭਾਈ ਪਹਿਲਾ ਮਨੁੱਖ ਮਾਤਾ ਦੇ ਗਰਭਵਾਸ ਤੋਂ ਬਾਹਰ ਆਇਆ ਜੀ। ਫਿਰ ਜਗ ਸੰਸਾਰ ਵਿੱਚ ਪੁੱਤਰ ਇਸਤਰੀ ਅਤੇ ਪਰਿਵਾਰ ਨਾਲ ਜੁੜਿਆ, ਭਾਵ ਪਰਿਵਾਰਕ ਮੋਹ ਵਿੱਚ ਫਸ ਗਿਆ ਜੀ। ਅਤੇ ਫਿਰ ਅਨੇਕ ਪ੍ਰਕਾਰ ਦੇ ਭੋਜਨ ਕੀਤੇ ਅਤੇ ਬਹੁਤ ਤਰ੍ਹਾਂ ਦੇ ਰੰਗਾਂ ਦੇ ਕੱਪੜੇ ਪਹਿਨੇ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰ ਉਹ ਵਿਚਾਰੇ ਸਾਰੇ ਇੱਕ ਦਿਨ ਇਸ ਜਗਤ ਸੰਸਾਰ ਤੋਂ ਚਲੇ ਜਾਣਗੇ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਪ੍ਰਸ਼ਨ ਪੁੱਛਦੇ ਹਨ ਕਿ ਉਹ ਕਿਹੜਾ ਸਥਾਨ ਹੈ ਜੀ ਜੋ ਕਦੇ ਵੀ ਚਲਾਇਮਾਨ ਨਹੀਂ ਹੁੰਦਾ, ਅਤੇ ਉਹ ਕਿਹੜਾ ਗੁਰਸ਼ਬਦ ਨਾਮ ਹੈ ਜੀ ਜਿਸ ਨਾਲ ਦੁਰਮਤ ਭਾਵ ਭੈੜੀ ਬੁੱਧੀ ਦੂਰ ਹੋ ਜਾਂਦੀ ਹੈ ਜੀ। ਫਿਰ ਉੱਤਰ ਵਿੱਚ ਗੁਰੂ ਜੀ ਦੱਸਦੇ ਹਨ ਕਿ ਉਹ ਇੰਦਰਪੁਰੀ ਵਿੱਚ ਮਰਨਾ ਅਵਸ਼ ਹੀ ਪੈਂਦਾ ਹੈ ਜੀ, ਭਾਵ ਹਰ ਇੱਕ ਨੇ ਹੀ ਮਰਨਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਬ੍ਰਹਮਪੁਰੀ ਨੇ ਵੀ ਸਥਿਰ ਨਹੀਂ ਰਹਿਣਾ ਜੀ। ਸ਼ਿਵਪੁਰੀ ਦਾ ਵੀ ਨਾਸ ਹੋਵੇਗਾ ਜੀ, ਅਤੇ ਤ੍ਰੈਗੁਣੀ ਮਾਇਆ ਵਿੱਚ ਫਸੇ ਹੋਏ ਅਗਿਆਨੀ ਮਨੁੱਖ ਵੀ ਇੱਕ ਦਿਨ ਨਸ਼ਟ ਹੋ ਜਾਣਗੇ ਜੀ, ਭਾਵ ਮਰ ਜਾਣਗੇ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਬਤ ਬ੍ਰਿਛ ਧਰਤੀ ਆਕਾਸ਼ ਅਤੇ ਤਾਰੇ, ਸੂਰਜ ਚੰਦਰਮਾ
ਹਵਾ, ਅਗਨੀ, ਜਲ, ਦਿਨ ਰਾਤ, ਬ੍ਰਤ ਅਤੇ ਉਸਦੇ ਹੋਰ ਭੇਦ, ਸ਼ਾਸਤਰ, ਸਿਮਰਤੀਆਂ ਅਤੇ ਵੇਦ, ਇਹ ਸਭ ਇੱਕ ਦਿਨ ਨਾਸ਼ ਹੋ ਜਾਣਗੇ ਜੀ। ਫਿਰ ਗੁਰੂ ਜੀ ਕਹਿੰਦੇ ਨੇ ਇਹ ਤੀਰਥ ਕਰਨ ਵਾਲੇ ਦੇਵਤੇ, ਪੰਡਤ ਜੋ ਦੋਹਰੇ ਪੋਥੀਆਂ ਭਾਵ ਧਰਮ ਪੁਸਤਕਾਂ ਪੜ੍ਹਨ ਵਾਲੇ ਅਤੇ ਮਾਲਾ, ਤਿਲਕ, ਸੁੱਚੀ ਰਸੋਈ, ਹਵਨ ਕਰਨ ਵਾਲੇ, ਧੋਤੀ ਇੱਕ ਯੋਗ ਕਿਰਿਆ ਵਾਲਾ ਡੰਡੌਤ ਪ੍ਰਣਾਮ ਹੈ ਜੀ, ਉਹ ਪਹਿਨਣ ਵਾਲੇ, ਮਹਿਲਾਂ ਦੇ ਭੋਗ ਵਿਲਾਸ, ਇਹ ਸਾਰੇ ਲੋਕ ਇਸ ਜਗਤ ਸੰਸਾਰ ਤੋਂ ਇੱਕ ਦਿਨ ਚਲੇ ਜਾਣਗੇ ਜੀ, ਭਾਵ ਮਰ ਜਾਣਗੇ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਾਤੀਆਂ, ਵਰਨ, ਤੁਰਕ ਅਤੇ ਹਿੰਦੂ, ਪਸ਼ੂ, ਪੰਛੀ, ਨੇਕ ਜੂਨਾਂ ਵਾਲੇ ਜੰਤੂ, ਕੁਦਰਤ ਦਾ ਪਸਾਰਾ ਜੋ ਪਸਰਿਆ ਦਿਸ ਰਿਹਾ ਹੈ ਜੀ, ਅਤੇ ਇਹ ਸ੍ਰਿਸ਼ਟੀ ਜਿਸ ਸਿਰਜਣਹਾਰ ਨੇ ਸਿਰਜੀ ਹੈ ਜੀ, ਸਾਰਾ ਆਕਾਰ ਨਸ਼ਟ ਹੋ ਜਾਣਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਜਿੱਥੇ ਸਹਿਜ ਅਵਸਥਾ ਵਿੱਚ ਪਰਮੇਸ਼ਰ ਦਾ ਗੁਰਸ਼ਬਦ ਗੁਰਬਾਣੀ ਨਾਮ ਦਾ ਜਸ, ਭਗਤੀ ਅਤੇ ਤਤ ਗਿਆਨ ਹੁੰਦਾ ਹੈ ਜੀ, ਫਿਰ ਗੁਰੂ ਜੀ ਕਹਿੰਦੇ ਨੇ ਉੱਥੇ ਹਮੇਸ਼ਾ ਆਨੰਦ ਵਰਤਿਆ ਰਹਿੰਦਾ ਹੈ ਜੀ, ਅਤੇ ਉਹ ਸੱਚਾ ਸਥਾਨ ਨਿਹਚਲ ਭਾਵ ਪੱਕਾ ਸਥਾਨ ਹੈ ਜੀ, ਸਥਿਰ ਹੈ ਜੀ। ਫਿਰ ਗੁਰੂ ਜੀ ਕਹਿੰਦੇ ਨੇ ਉੱਥੇ ਗੁਰਮੁਖ ਰੂਪ ਸਾਧ ਸੰਗਤ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਦੇ ਗੁਣਾਂ ਦਾ ਰਸ ਮਾਣਦੀ ਹੈ ਜੀ, ਅਤੇ ਉੱਥੇ ਸਦਾ ਅਨੁਭਵ ਨਗਰ ਵਸਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਉੱਥੇ ਭੈ, ਭਰਮ, ਸੋਗ ਅਤੇ ਚਿੰਤਾ ਨਹੀਂ ਵਿਆਪਦੀ ਜੀ, ਅਤੇ ਨਾ ਹੀ ਆਉਣਾ ਜਾਣਾ ਭਾਵ ਆਵਾਗਣ ਅਤੇ ਜਨਮ ਮਰਨ ਹੁੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਨੇ ਉੱਥੇ ਸਦਾ ਅਨਹਦ ਗੁਰਸ਼ਬਦ ਗੁਰਬਾਣੀ ਨਾਮ ਦਾ ਆਨੰਦ ਦੇਣ ਵਾਲੀਆਂ ਸੰਗਠਨ ਲੋਕ ਇਕੱਠੇ ਹੁੰਦੇ ਹਨ ਜੀ, ਅਤੇ ਉੱਥੇ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਦੇ ਕੀਰਤਨ ਦੇ ਆਧਾਰ 'ਤੇ ਲੋਕ ਵਸਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਪਾਰ ਬ੍ਰਹਮ ਦਾ ਕੋਈ ਨਾ ਸ਼ੁਰੂ ਹੈ ਜੀ ਅਤੇ ਨਾ ਕੋਈ ਅੰਤ ਹੈ, ਭਾਵ ਉਹਦਾ ਕੋਈ ਅੰਤ ਨਹੀਂ ਪਾ ਸਕਦਾ ਜੀ। ਉਸ ਦਾ ਪਸਾਰਾ ਇੰਨਾ ਹੈ ਜੀ ਕਿ ਉਸ ਦਾ ਨਾ ਕੋਈ ਸ਼ੁਰੂ ਹੈ ਨਾ ਕੋਈ ਅੰਤ ਹੈ, ਅਤੇ ਇਹ ਨਾ ਹੀ ਕੋਈ ਇਸ ਨੂੰ ਵਿਚਾਰ ਸਕਦਾ ਹੈ ਜੀ ਕਿ ਸ਼ੁਰੂ ਕਿੱਥੇ ਤੇ ਅੰਤ ਕਿੱਥੇ। ਫਿਰ ਗੁਰੂ ਜੀ ਕਹਿੰਦੇ ਹਨ ਕਿ ਜਿਹੜੇ ਗੁਰਮੁਖਾਂ ਉੱਤੇ ਪਰਮੇਸ਼ਰ ਆਪਣੀ ਕਿਰਪਾ ਕਰਦਾ ਹੈ ਜੀ, ਗੁਰੂ ਜੀ ਕਹਿੰਦੇ ਹਨ ਉਹ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਅਤੇ ਸਾਧ ਸੰਗਤ ਦੇ ਸਾਥ ਦੁਆਰਾ ਇਸ ਸੰਸਾਰ ਦੇ ਭਵ ਸਾਗਰ ਤੋਂ ਤਰ ਜਾਂਦੇ ਹਨ ਜੀ, ਅਤੇ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਪਰਮੇਸ਼ਰ ਨਾਲ ਲਿਵ ਲਗਾਉਂਦੇ ਹਨ ਜੀ, ਅਤੇ ਆਪਣੇ ਹਿਰਦੇ ਅੰਦਰ ਪਰਮੇਸ਼ਰ ਨੂੰ ਵੇਖਦੇ ਹਨ ਜੀ, ਅਤੇ ਆਪਣੇ ਨਿਸ਼ਚਲ ਸਥਾਨ 'ਤੇ ਆ ਜਾਂਦੇ ਹਨ ਜੀ। ਗੁਰਸ਼ਬਦ ਨਾ ਕਦੀ ਫਿਰ ਜੰਮਦਾ ਹੈ ਨਾ ਕਦੀ ਮਰਦਾ ਹੈ, ਅਤੇ ਫਿਰ ਆਵਾਗਮਨ ਦਾ ਚੱਕਰ, ਜੰਮਣ ਮਰਨ ਸਭ ਖਤਮ ਹੋ ਜਾਂਦਾ ਹੈ ਜੀ। ਇਹ ਹੈ ਜੀ ਨਿਸ਼ਚਲ ਸਥਾਨ। ਗੁਰੂ ਜੀ ਸ਼ਬਦ ਦੀਆਂ ਇਹਨਾਂ ਪੰਕਤੀਆਂ 'ਚ ਇਸ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਸ਼ਬਦ ਦੀ ਇਸ ਪੰਕਤੀਆਂ 'ਚ ਗੁਰੂ ਜੀ ਦੱਸਦੇ ਹਨ ਸਗਲ ਪਸਾਰ ਦੀਸੇ ਪਸਾਰਾ ਬਿੰਸ ਜਾਏਗੋ ਸਗਲ ਆਕਾਰਾ, ਭਾਵ ਜੋ ਸਾਨੂੰ ਨਜ਼ਰ ਆਉਂਦਾ ਹੈ ਉਹ ਇੱਕ ਦਿਨ ਹਮੇਸ਼ਾ ਸਾਡੇ ਕੋਲੋਂ ਚਲਾ ਜਾਏਗਾ ਜੀ, ਮਰ ਜਾਏਗਾ ਜੀ। ਅਤੇ ਫਿਰ ਗੁਰੂ ਜੀ ਕਹਿੰਦੇ ਹਨ ਜੋ ਇਹ ਸੰਸਾਰ ਹੈ
ਇਹ ਸਾਰਾ ਨਾਸ਼ਮੰਜ ਹੈ ਜੀ। ਇਸਦੀ ਸਾਰੀ ਗਤ ਵਿਧੀ, ਕੰਮ ਕਾਰ, ਰਾਜ ਦਰਬਾਰ, ਪ੍ਰਕਿਰਤੀ, ਸਭ ਕੁਛ ਦੇਰ ਵਾਸਤੇ ਹੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੋ ਖਤਮ ਨਹੀਂ ਹੁੰਦਾ ਉਹ ਕੀ ਹੈ ਜੀ? ਉਹ ਹੈ ਅਕਾਲ ਪੁਰਖ ਦਾ ਅਨੁਭਵ ਨਗਰ, ਜੋ ਕਿ ਇਸ ਸ਼ਬਦ ਦੀ 6ਵੀਂ ਪੰਕਤੀ ਵਿੱਚ ਹੈ ਜੀ। ਅਨੁਭਵ ਨਗਰ ਭਾਵ ਉਸ ਪਰਮੇਸ਼ਰ ਦੀ ਆਨੰਦਪੁਰੀ, ਭਾਵ ਪਰਮੇਸ਼ਰ ਦਾ ਸਥਾਨ ਜੋ ਕਦੀ ਵੀ ਨਹੀਂ ਮੁੱਕਦਾ ਜੀ। ਗੁਰੂ ਜੀ ਕਹਿੰਦੇ ਹਨ ਪਾਰ ਬ੍ਰਹਮ ਪਰਮੇਸ਼ਰ ਦੇ ਇਸ ਨਿਸ਼ਚਲ ਅਸਥਾਨ ਤੇ ਪਹੁੰਚਣ ਵਾਸਤੇ ਲੋਕਾਂ ਨੇ ਬੜੇ ਵਸੀਲੇ ਧਾਰੇ, ਪਰ ਪਰਮੇਸ਼ਰ ਪਹਿਲਾਂ ਜੀਵ ਗੁਰਸ਼ਬਦ ਗੁਰਬਾਣੀ ਨਾਮ ਨਾਲ ਜੁੜੇ, ਸਾਧ ਸੰਗਤ ਨਾਲ ਗੁਰਸ਼ਬਦ ਗੁਰਬਾਣੀ ਨਾਮ ਦੇ ਗੁਣ ਗਾਵੇ, ਫਿਰ ਪਰਮੇਸ਼ਰ ਦੀ ਕਿਰਪਾ ਤੱਕ ਪਹੁੰਚਣ ਦਾ ਵਸੀਲਾ ਬਣਦਾ ਹੈ ਜੀ। ਅਤੇ ਫਿਰ ਪਰਮੇਸ਼ਰ ਦੀ ਕਿਰਪਾ ਨਾਲ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਗੁਰੂ ਨਾਲ, ਭਾਵ ਉਸ ਪਰਮੇਸ਼ਰ ਨਾਲ ਲਿਵ ਲੱਗਦੀ ਹੈ ਜੀ। ਫਿਰ ਸਾਧੂ ਰੂਪ ਗੁਰਸ਼ਬਦ ਗੁਰਬਾਣੀ ਨਾਮ ਜੀਵਾਂ ਦੇ ਹਿਰਦੇ ਵਿੱਚ ਵਸਦਾ ਹੈ ਜੀ, ਅਤੇ ਉਸ ਪਰਮੇਸ਼ਰ ਦੇ ਦਾ ਹੀ ਇੱਕ ਅੰਸ਼ ਹੋ ਜਾਂਦਾ ਹੈ ਜੀ। ਉਹ ਨਾ ਮਰਦਾ ਹੈ ਜੀ ਤੇ ਨਾ ਜੰਮਦਾ ਹੈ ਜੀ। ਇਸ ਤਰ੍ਹਾਂ ਇਸ ਸੰਸਾਰ ਤੋਂ ਪਾਰ ਉਤਾਰਾ ਹੋ ਸਕਦਾ ਹੈ ਜੀ। ਜਿਸ ਤਰ੍ਹਾਂ ਇਸ ਸ਼ਬਦ ਦੀਆਂ ਇਹਨਾਂ ਅਖੀਰਲੀਆਂ ਪੰਕਤੀਆਂ 'ਚ ਗੁਰੂ ਜੀ ਸਾਨੂੰ ਦੱਸਦੇ ਹਨ, ਪਾਰ ਬ੍ਰਹਮ ਕਾ ਅੰਤ ਨ ਪਾਰ, ਕੌਣ ਕਰੇ ਤਾ ਕਾ ਵਿਚਾਰ। ਪਾਰ ਬ੍ਰਹਮ ਕਾ ਅੰਤ ਨ ਪਾਰ, ਕੌਣ ਕਰੇ ਤਾ ਕਾ ਵਿਚਾਰ। ਕਹੋ ਨਾਨਕ ਜਿਸ ਕਿਰਪਾ ਕਰੇ, ਨਿਚਲ ਥਾਨ ਸਾਧ ਸੰਗ ਤਰੇ। ਕਹੋ ਨਾਨਕ ਜਿਸ ਕਿਰਪਾ ਕਰੇ, ਨਿਚਲ ਥਾਨ ਸਾਧ ਸੰਗ ਤਰੇ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।